वाल्मीकि जय वाल्मीकि जय वाल्मीकि जय वाल्मीकि। जो बड़े सोना भगवान वाल्मीकि महाराज की जय। महाराज के चरण कमल धर्मास, श्रेष्ठ गुरु तुम जगत के तीन लोक के लाल। वाल्मीकि जय जय, भगवान वाल्मीकि जय जय। सकल सृष्टि के मालिक, सकल सृष्टि के मालिक, मुक्ति के हो दाता। भगवान वाल्मीकि जय जय।
जो बोले सो निरभय। भगवान वाल्मीकि महाराज की जय। गुरु रूप साध संगत जी, एक बार फिर ਅਸੀਂ ਭਗਵਾਨ ਵਾਲਮੀਕ ਜੀ ਮੰਦਿਰ ਬੈਡਫੋਰਡ ਤੋਂ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਆਪ ਦੇ ਨਾਲ ਭਗਵਾਨ ਵਾਲਮੀਕ ਜੀ ਦੀ ਪਵਿੱਤਰ ਬਾਣੀ ਸ਼੍ਰੀ ਯੋਗ ਵਸ਼ਿਸ਼ਟ ਮਹਾਰਾਮਾਇਣ ਦੇ ਵਿਚਾਰ ਆਪ ਦੇ ਨਾਲ ਸਾਂਝੇ ਕਰਨ ਲਈ ਆਪ ਦੇ ਪ੍ਰਸਤੁਤ ਹੋਏ ਹਾਂ। ਸਭ ਤੋਂ ਪਹਿਲਾਂ ਆਪਾਂ ਉਸ ਪ੍ਰਭੂ ਪਰਮੇਸ਼ਰ ਨੂੰ ਨਮਸਕਾਰ ਕਰਾਂਗੇ। ਸਚਿਤ ਆਨੰਦ ਰੂਪ ਆਤਮਾ ਨੂੰ ਜਿਸ ਵਿੱਚ ਸਰਬ ਜੀਵ ਪਾਸਦੇ ਹਨ ਤੇ ਲੀਨ ਹੁੰਦੇ ਹਨ ਤੇ ਸਥਿਤ ਹੁੰਦੇ ਹਨ ਤੇ ਜਿਸ ਤੋਂ ਗਿਆਤਾ ਗਿਆਨ ਤੇ ਗੇਮ, ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼, ਕਰਤਾ ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ ਤੇ ਜਿਸ ਆਨੰਦ ਦੇ ਕਾਰਨ ਕਰਕੇ ਸੰਪੂਰਨ ਵਿਸ਼ਵ ਆਨੰਦਵਾਨ ਹੈ ਤੇ ਜਿਸ ਆਨੰਦ ਦਾ ਕਰਕੇ ਜੀਵ ਜਿਉਂਦੇ ਹਨ, ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਹੁਣ ਆਪਾਂ ਸਾਰੇ ਭਗਵਾਨ ਵਾਲਮੀਕ ਜੀ ਬਾਣੀ ਦੇ ਨਾਲ ਜੁੜੀਏ। ਪਿਛਲੇ ਪ੍ਰਸੰਗ ਦੀ ਸਮਾਪਤੀ ਵਿੱਚ ਭਗਵਾਨ ਵਾਲਮੀਕ ਜੀ ਨੇ ਸਾਨੂੰ ਬੜਾ ਹੀ ਅੱਛਾ ਉਪਦੇਸ਼ ਦਿੱਤਾ ਸੀ। ਸਮਾਧੀ ਦੇ ਬਾਰੇ ਦੱਸਿਆ ਸੀਗਾ ਕਿ ਉਹ ਇਨਸਾਨ, ਉਹ ਸ਼ਕਤੀ ਪਰਮਾਤਮਾ ਦੇ ਰੂਪ ਦੇ ਵਿੱਚ ਉਹ ਸਾਡੇ ਅੰਦਰ ਹੈ, ਸਾਡੀ ਆਤਮਾ ਹੈ, ਸਾਰੇ ਇਨਸਾਨਾਂ ਦੇ ਵਿੱਚ ਹੈ। ਔਰ ਸਭ ਤੋਂ ਪਹਿਲਾਂ ਅਸੀਂ ਉਸ ਆਤਮਾ ਦੀ ਪਹਿਚਾਣ ਕਰਨੀ ਹੈ, ਉਹ ਆਤਮਾ ਦੇ ਨਾਲ ਜੁੜਨਾ ਹੈ। ਫਿਰ ਅਸੀਂ ਉਸ ਆਤਮਾ ਦੇ ਦੁਆਰਾ ਉਸ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜ ਸਕਦੇ ਹਾਂ। ਅੱਜ ਦਾ ਜੋ ਪ੍ਰਸੰਗ ਹੈ ਉਸ ਵਿੱਚ ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰਦੇ ਹਨ। ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਉਤਪਤੀ ਪ੍ਰਕਰਨ 96 ਸਵਰਗ ਦੇ ਵਿੱਚ ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰ ਰਹੇ ਹਨ। ਜੋ ਪੁਰਸ਼ ਨਿਰਮਲ ਸਤਾ ਵਿੱਚ ਟਿਕਿਆ ਹੋਇਆ ਹੈ, ਉਹ ਸਰੀਰ ਦੇ ਸੁੱਖ ਵਿੱਚ ਖੁਸ਼ ਨਹੀਂ ਹੁੰਦਾ ਤੇ ਦੁੱਖ ਵਿੱਚ ਦੁਖੀ ਨਹੀਂ ਹੁੰਦਾ। ਉਹ ਨਿਰਮਲ ਰੂਪ ਹੋ ਕੇ ਟਿਕਦਾ ਹੈ ਕਿ ਜੋ ਪੁਰਸ਼ ਨਿਰਮਲ ਸਤਾ ਵਿੱਚ ਟਿਕ ਗਿਆ ਹੈ, ਭਾਵ ਕਿ ਉਹ ਇਨਸਾਨ ਜਿਨ੍ਹਾਂ ਨੇ ਆਪਣੀ ਆਤਮਾ ਦੀ ਪਹਿਚਾਣ ਕੀਤੀ ਹੈ ਔਰ ਆਪਣੀ ਆਤਮਾ ਦੇ ਵਿੱਚੋਂ ਟਿਕ ਗਏ ਹਨ, ਉਹ ਫਿਰ ਸਾਡੇ ਜਿਹੜੇ ਸਰੀਰ ਦੇ ਸੁੱਖ ਹਨ ਉਹਨਾਂ ਦੇ ਵਿੱਚ ਖੁਸ਼ ਨਹੀਂ ਹੁੰਦੇ ਤੇ ਸਰੀਰਕ ਦੁੱਖਾਂ ਦੇ ਵਿੱਚ ਉਹ ਕਦੀ ਵੀ ਦੁਖੀ ਨਹੀਂ ਹੁੰਦੇ, ਕਿਉਂਕਿ ਉਹਨਾਂ ਨੂੰ ਸਿਰਫ ਮਤਲਬ ਆਪਣੀ ਆਤਮਾ ਦੇ ਨਾਲ ਹੈ। ਕਿਉਂਕਿ ਉਹ ਸਾਡੀ ਆਤਮਾ ਜਿਹੜੀ ਹੈ ਉਹ ਪਰਮਾਤਮਾ ਦਾ ਅੰਸ਼ ਹੈ। ਜੇ ਅਸੀਂ ਪਰਮਾਤਮਾ ਨੂੰ ਪਾਉਣਾ ਹੈ ਤੇ ਆਤਮਾ ਦੀ ਪਹਿਚਾਣ ਕਰਨੀ ਪਵੇਗੀ ਤੇ ਆਤਮਾ ਦੇ ਦੁਆਰਾ ਹੀ ਅਸੀਂ ਉਸ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ ਹਾਂ। ਇਹ ਜੋ ਸਰੀਰ ਹੈ, ਇਹ ਚੋਂ ਆਤਮਾ ਨਿਕਲ ਜਾਂਦੀ ਹੈ ਤੇ ਇੱਕ ਮਿੱਟੀ ਦਾ ਢੇਰ ਹੋ ਜਾਂਦਾ ਹੈ। ਸੋ ਇਹਦੇ ਆਪਣਾ ਕੋਈ ਇਹਦੇ ਵਿੱਚ ਹੋਂਦ ਨਹੀਂ ਹੈ। ਆਤਮਾ ਦੇ ਸਹਾਰੇ ਇਹ ਸਰੀਰ ਵੀ ਚੱਲਦਾ ਹੈ। ਜਿਵੇਂ ਭਵਿੱਖਤ ਨਗਰ ਵਿੱਚ ਜੋ ਅਨੇਕ ਫਿਕਰਮੰਦ ਜੀਵ ਵਸਦੇ ਹਨ, ਉਹ ਸਾਰੇ ਉਸ ਦੇ ਚਿੱਤ ਵਿੱਚ ਟਿਕਦੇ ਹਨ। ਜਿਵੇਂ ਪੁਰਸ਼ ਨੂੰ ਪਰਦੇਸ ਜਾਂਦੇ ਅਨੇਕ ਪਦਾਰਥਾਂ ਵਿੱਚ ਚੰਗੇ ਮਾੜੇ ਰੂਪ ਦਿਸਦੇ ਹਨ, ਪਰ ਜਿੱਥੇ ਜਾਣਾ ਹੈ ਉਸ ਵੱਲ ਬਿਰਤੀ ਰਹਿੰਦੀ ਹੈ। ਰਾਹ ਦੇ ਪਦਾਰਥਾਂ ਵਿੱਚ ਉਸਨੂੰ ਪਿਆਰ ਈਰਖਾ ਨਹੀਂ ਹੁੰਦੀ। ਤਿਵੇਂ ਹੀ ਤੁਸੀਂ ਹੋ ਜਾਓ। ਕਹਿਣ ਦਾ ਕੀ ਮਤਲਬ ਭਗਵਾਨ ਵਾਲਮੀਕ ਜੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜੋ ਭਵਿੱਖਤ ਨਗਰ ਹੁੰਦਾ ਹੈ ਉਹਦੇ ਵਿੱਚ ਕਾਫੀ ਜੀਵ ਹੁੰਦੇ ਹਨ। ਉਹਨਾਂ ਦੀ ਹਾਲਤ ਜਿਹੜੀ ਹੁੰਦੀ ਹੈ ਉਹ ਫਿਕਰਮੰਦ ਹੁੰਦੇ ਹਨ ਤੇ ਉਹ ਆਪਣੇ ਚਿੱਤ ਦੇ ਵਿੱਚ ਇਸ ਹਾਲਤ ਵਿੱਚ ਟਿਕਦੇ ਹਨ। ਹੋਰ ਉਦਾਹਰਨ ਦਿੰਦੇ ਹਨ ਭਗਵਾਨ ਵਾਲਮੀਕ ਜੀ, ਜਿਸ ਤਰ੍ਹਾਂ ਕੋਈ ਪੁਰਸ਼ ਪਰਦੇਸ ਨੂੰ ਜਾ ਰਿਹਾ ਹੈ ਤੇ ਰਸਤੇ ਵਿੱਚ ਉਹ ਬਹੁਤ ਕੁਝ ਦੇਖਦਾ ਹੈ, ਕੋਈ ਚੰਗਾ ਦੇਖਦਾ ਹੈ, ਕੋਈ ਮਾੜਾ ਦੇਖਦਾ ਹੈ, ਪਰ ਉਹਦੀ ਜਿਹੜੀ ਬਿਰਤੀ ਹੁੰਦੀ ਹੈ, ਉਹਦਾ ਧਿਆਨ ਹੁੰਦਾ ਹੈ ਜਿੱਥੇ ਉਹਨੇ ਜਾਣਾ ਹੁੰਦਾ ਹੈ, ਉਹਦੇ ਵਿੱਚ ਲੱਗੀ ਹੁੰਦੀ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਵਾਂ। ਔਰ ਜਿਹੜੇ ਰਸਤੇ ਦੇ ਵਿੱਚ ਪਦਾਰਥ ਦੇਖਦਾ ਹੈ ਉਹਨਾਂ ਦੇ ਨਾਲ ਕੋਈ ਉਹਨੂੰ ਪਿਆਰ ਵਾਲੀ ਗੱਲ ਹੁੰਦੀ ਹੈ, ਨਾ ਕੋਈ ਨਫ਼ਰਤ ਵਾਲੀ ਗੱਲ ਹੁੰਦਾ ਹੈ।
ਇਸੇ ਤਰ੍ਹਾਂ ਹਰ ਇੱਕ ਇਨਸਾਨ ਨੂੰ ਹੋ ਜਾਣਾ ਚਾਹੀਦਾ ਹੈ। ਤੁਹਾਡੀ ਜਿਹੜੀ ਮੰਜ਼ਿਲ ਹੈ, ਤੁਸੀਂ ਉੱਤੇ ਪਹੁੰਚਣਾ ਹੈ। ਉਹ ਮੰਜ਼ਿਲ ਕੀ ਹੈ ਤੁਹਾਡੀ? ਤੁਸੀਂ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਹੈ। ਇਸ ਕਰਕੇ ਤੁਸੀਂ ਉਹ ਰਸਤਾ ਇਖਤਿਆਰ ਕਰਨਾ ਹੈ ਆਪਣੀ ਆਤਮਾ ਦੇ ਦੁਆਰੇ, ਜਿਸ ਨੇ ਤੁਹਾਨੂੰ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਾਉਣਾ ਹੈ। ਰਸਤੇ ਦੇ ਵਿੱਚ ਕੁਝ ਔਕੜਾਂ ਆਉਣ, ਸੁੱਖ ਦੁੱਖ ਆਉਣ, ਉਹਨਾਂ ਦੀ ਪਰਵਾਹ ਨਹੀਂ ਕਰਨੀ। ਤੁਸੀਂ ਆਪਣਾ ਇਰਾਦੇ ਨੂੰ ਦ੍ਰਿੜਤਾਪੂਰਵਕ ਪੱਕਾ ਕਰਕੇ ਉਸ ਨੂੰ ਆਪਣੀ ਮੰਜ਼ਿਲ ਤੇ ਤੁਸੀਂ ਪਹੁੰਚਣਾ ਹੈ। ਜਿਵੇਂ ਪੱਥਰ ਤੋਂ ਪਾਣੀ ਤੇ ਪਾਣੀ ਤੋਂ ਅੱਗ ਨਹੀਂ ਨਿਕਲਦੀ, ਤਿਵੇਂ ਹੀ ਆਤਮਾ ਵਿੱਚ ਚਿੱਤ ਨਹੀਂ, ਵਿਚਾਰ ਭਰਮ ਕਰਕੇ ਚਿੱਤ ਜਾਣਦਾ ਹੈ, ਵਿਕਾਰ ਕਰਕੇ ਨਹੀਂ ਪਾਉਂਦਾ। ਕਿ ਦੇਖੋ, ਜਿਸ ਤਰ੍ਹਾਂ ਪੱਥਰ ਤੋਂ ਪਾਣੀ ਨਹੀਂ ਨਿਕਲਦਾ, ਉਹ ਪਾਣੀ ਤੋਂ ਅੱਗ ਨਹੀਂ ਨਿਕਲਦੀ, ਬਿਲਕੁਲ ਇਸੇ ਹੀ ਤਰ੍ਹਾਂ ਇਹ ਜਿਹੜੀ ਸਾਡੀ ਆਤਮਾ, ਇਹਦੇ ਵਿੱਚ ਸਾਡੇ ਮਨ ਦੀ ਸ਼ਕਤੀ ਚਿੱਤ ਨਹੀਂ ਹੈ, ਕਿਉਂਕਿ ਅਸੀਂ ਭਰਮ ਭੁਲੇਖਿਆਂ ਵਿੱਚ ਪਏ ਹੋਏ ਹਾਂ। ਇਸ ਕਰਕੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ। ਜਿਵੇਂ ਭਰਮ ਕਰਕੇ ਆਕਾਸ਼ ਵਿੱਚ ਦੂਸਰਾ ਚੰਦਰਮਾ ਦਿਸਦਾ ਹੈ, ਤਿਵੇਂ ਵੀ ਆਤਮਾ ਵਿੱਚ ਚਿੱਤ ਲੱਗਦਾ ਹੈ, ਅਸਲ ਵਿੱਚ ਕੁਝ ਨਹੀਂ। ਕਿ ਦੇਖੋ, ਕਈ ਵਾਰੀ ਅੱਖਾਂ ਦੇ ਦੋਸ਼ ਦੇ ਨਾਲ ਆਕਾਸ਼ ਵਿੱਚ 2 ਚੰਦਰਮਾ ਨਜ਼ਰ ਆਉਂਦੇ ਹਨ, ਪਰ 2 ਚੰਦਰਮਾ ਹੁੰਦੇ ਨਹੀਂ। ਬਿਲਕੁਲ ਇਸੇ ਹੀ ਤਰ੍ਹਾਂ ਸਾਡੀ ਆਤਮਾ ਦੇ ਵਿੱਚ ਜੋ ਮਨ ਦੀ ਸ਼ਕਤੀ ਚਿੱਤ ਹੈ, ਉਹ ਲੱਗਦਾ ਹੈ, ਪਰ ਇਹ ਬਿਲਕੁਲ ਝੂਠ ਹੈ। ਆਤਮਾ ਸਾਡੀ ਪ੍ਰਮਾਤਮਾ ਦੀ ਤਰ੍ਹਾਂ ਸੱਚ ਹੈ। ਬਾਕੀ ਜੋ ਕੁਝ ਹੈ, ਇਹ ਸਾਡਾ ਸਰੀਰ ਹੈ, ਮਨ ਹੈ, ਚਿੱਤ ਹੈ, ਇਹ ਅਸਲ ਨਹੀਂ ਹੈ। ਉਹ ਸਤਾ ਨਿਤ ਸ਼ੁੱਧ ਪਰਮ ਆਨੰਦ ਰੂਪ ਆਪਣੇ ਆਪ ਵਿੱਚ ਵਿਆਪਕ ਹੈ ਤੇ ਅਨੁਭਵ ਰੂਪ ਹੈ। ਉਸ ਨੂੰ ਭੁੱਲਣ ਨਾਲ ਦੁੱਖ ਪ੍ਰਾਪਤ ਹੁੰਦਾ ਹੈ। ਜਿਵੇਂ ਆਪਣੇ ਆਪ ਵਿਆਪਕ ਹੈ ਤੇ ਅਨੁਭਵ ਰੂਪ ਹੈ, ਉਸ ਨੂੰ ਭੁੱਲਣ ਨਾਲ ਦੁੱਖ ਪ੍ਰਾਪਤ ਹੁੰਦਾ ਹੈ। ਜਿਵੇਂ ਅੰਮ੍ਰਿਤ ਰੂਪੀ ਚੰਦਰਾਂ ਵਿੱਚ ਅੱਗ ਪ੍ਰਾਪਤ ਹੁੰਦੀ ਹੈ। ਭਗਵਾਨ ਵਾਲਮੀਕ ਜੀ ਉਸ ਪਰਮਾਤਮਾ ਦੇ ਬਾਰੇ ਦੱਸਦੇ ਹਨ ਕਿ ਉਹ ਇਹੋ ਜਿਹੀ ਸ਼ਕਤੀ ਹੈ ਜਿਹੜੀ ਹਮੇਸ਼ਾ ਹੈ, ਪਹਿਲਾਂ ਵੀ ਸੀ, ਹੁਣ ਵੀ ਅੱਗੇ ਉਸ ਸ਼ਕਤੀ ਨੇ ਰਹਿਣਾ ਹੈ। ਉਹ ਸ਼ੁੱਧ ਹੈ, ਹਮੇਸ਼ਾ ਪਰਮ ਆਨੰਦ ਦੇ ਵਿੱਚ ਹੈ ਔਰ ਆਪਣੇ ਆਪ ਵਿੱਚ ਉਹ ਹਮੇਸ਼ਾ ਵਿਆਪਕ ਰਹਿੰਦੀ ਹੈ। ਔਰ ਅਸੀਂ ਪਰਮਾਤਮਾ ਉਹ ਸ਼ਕਤੀ ਨੂੰ ਦੇਖ ਨਹੀਂ ਸਕਦੇ, ਪਰ ਉਸ ਨੂੰ ਅਸੀਂ ਅਨੁਭਵ ਕਰ ਸਕਦੇ ਹਾਂ। ਪਰ ਜਦੋਂ ਅਸੀਂ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਤਾਂ ਫਿਰ ਹੀ ਸਾਨੂੰ ਦੁੱਖ ਪ੍ਰਾਪਤ ਹੁੰਦਾ ਹੈ। ਜਿਸ ਤਰ੍ਹਾਂ ਅੰਮ੍ਰਿਤ ਰੂਪੀ ਚੰਦਰਾਂ ਵਿੱਚ ਅੱਗ ਪ੍ਰਾਪਤ ਹੁੰਦੀ ਹੈ। ਤੁਸੀਂ ਸੁਚੇਤ ਹੋਵੋ। ਭਗਵਾਨ ਜੀ ਸਾਰਿਆਂ ਨੇ ਉਪਦੇਸ਼ ਕਰਦੇ ਹੋ ਕਿ ਤੁਸੀਂ ਸੁਚੇਤ ਹੋਵੋ। ਇਹ ਜੋ ਫੁਰਨਾ ਉੱਠਦਾ ਹੈ, ਇਸ ਦਾ ਨਾਮ ਚਿੱਤ ਹੈ, ਹੋਰ ਚਿੱਤ ਕੋਈ ਨਹੀਂ। ਕਿ ਤੁਸੀਂ ਬਿਲਕੁਲ ਸੁਚੇਤ ਹੋ ਜਾਵੋ। ਅਸਲ ਦੇ ਵਿੱਚ ਇਹ ਜੋ ਫੁਰਨਾ ਤੁਹਾਡੇ ਵਿੱਚੋਂ ਉੱਠਦਾ ਹੈ, ਇਸ ਦਾ ਨਾਮ ਹੀ ਚਿੱਤ ਹੈ। ਕਿਉਂਕਿ ਜਿਹੜੀ ਸੋਚ ਜਿਹੜੀ ਨਿਕਲਦੀ ਹੈ, ਉਹ ਚਿੱਤ ਦੇ ਵਿੱਚੋਂ ਨਿਕਲਦੀ ਹੈ। ਇਹ ਚਿੱਤ ਨੂੰ ਦੂਰੋਂ ਤਿਆਗ ਦਿਓ। ਜੋ ਤੁਸੀਂ ਹੋ ਉਹ ਸਥਿਤ ਹੈ। ਕਿ ਇਹ ਚਿੱਤ ਹੈ ਜਿਹੜਾ, ਇਸ ਦਾ ਤੁਹਾਨੂੰ ਤਿਆਗ ਕਰ ਦੇਣਾ ਚਾਹੀਦਾ ਹੈ। ਇਹ ਮਨ ਦੀ ਸ਼ਕਤੀ ਜਿਹੜਾ ਸਾਡਾ ਚਿੱਤ ਹੈ, ਇਹ ਹੀ ਸਾਨੂੰ ਗਲਤ ਪਾਸੇ ਲੈ ਕੇ ਜਾਂਦਾ ਹੈ, ਸਾਨੂੰ ਪਰਮਾਤਮਾ ਨਾਲੋਂ ਦੂਰ ਕਰਦਾ ਹੈ, ਸੰਸਾਰ ਦੇ ਨਾਲ ਜੋੜਦਾ ਹੈ। ਸੋ ਤੁਹਾਡਾ ਜਿਹੜਾ ਅਸਲੀ ਸੱਚਾ ਸਰੂਪ ਹੈ, ਤੁਹਾਡੀ ਜਿਹੜੀ ਆਤਮਾ, ਉਹ ਪਰਮਾਤਮਾ ਦੀ ਅੰਸ਼ ਹੈ, ਉਹਦੇ ਵਿੱਚ ਤੁਹਾਨੂੰ ਟਿਕਣਾ ਚਾਹੀਦਾ ਹੈ। ਆਪਣੇ ਮਨ ਨੂੰ ਕਾਬੂ ਕਰਕੇ ਇਹ ਉਸ ਦੀ ਸ਼ਕਤੀ ਜੋ ਚਿੱਤ ਹੈ, ਉਸ ਨੂੰ ਤੁਸੀਂ ਖਤਮ ਕਰਨਾ ਹੈ। ਅਸਤ ਰੂਪ ਚਿੱਤ ਹੀ ਸੰਸਾਰ ਹੈ। ਜੋ ਉਸ ਨੂੰ ਸੱਚ ਸਮਝ ਕੇ ਨਹੀਂ ਤਿਆਗਦਾ, ਉਹ ਆਕਾਸ਼ ਦੇ ਜੰਗਲ ਵਿੱਚ ਵਿਚਰਦਾ ਹੈ, ਉਸ ਨੂੰ ਲਾਨਤ ਹੈ। ਇਹ ਝੂਠ ਰੂਪ ਜੋ ਚਿੱਤ ਹੈ, ਇਹ ਸੰਸਾਰ ਕਰਕੇ ਸਾਨੂੰ ਨਜ਼ਰ ਆਉਂਦਾ ਹੈ। ਔਰ ਜੋ ਇਹਨੂੰ ਝੂਠ ਰੂਪ ਸਮਝ ਕੇ ਇਸ ਦਾ ਤਿਆਗ ਨਹੀਂ ਕਰਦੇ, ਉਹ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਜੰਗਲ ਹੁੰਦਾ ਹੈ, ਇੱਕ ਝੂਠ ਹੁੰਦਾ ਹੈ, ਉਸੇ ਤਰ੍ਹਾਂ ਇਹ ਸੰਸਾਰ ਹੈ, ਇੱਕ ਝੂਠ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਗਿਆ ਹੈ। ਔਰ ਚਿੱਤ ਨੇ, ਸਾਡੇ ਮਨ ਨੇ ਇਹ ਤਸਵੀਰ ਸਾਡੇ ਸਾਹਮਣੇ ਪੇਸ਼ ਕੀਤੀ ਹੈ। ਔਰ ਜਿਨ੍ਹਾਂ ਨੇ ਇਹਨੂੰ ਸੱਚ ਸਮਝਿਆ ਹੈ, ਉਹਨਾਂ ਇਨਸਾਨਾਂ ਨੂੰ ਲਾਹਨਤ ਹੈ, ਕਿਉਂਕਿ ਉਹ ਸੰਸਾਰ ਨੂੰ ਸੱਚ ਸਮਝ ਕੇ
ਸੰਸਾਰ ਦੇ ਵਿਸ਼ਿਆਂ ਦੇ ਵਿੱਚ ਫਸ ਜਾਂਦੇ ਹਨ। ਜਿਸ ਦਾ ਮਨਨ ਭਾਵ ਨਸ਼ਟ ਹੋਇਆ ਹੈ ਉਹ ਮਹਾਪੁਰਖ ਸੰਸਾਰ ਤੋਂ ਪਾਰ ਹੋ ਕੇ ਪਰਮ ਪਦ ਨੂੰ ਨਿਸ਼ਚਿਤ ਰੂਪ ਨਾਲ ਪ੍ਰਾਪਤ ਹੋਇਆ ਹੈ। ਜਿਹੜੇ ਜੀਵਾਂ ਨੇ ਆਪਣੇ ਮਨ ਦੀ ਸ਼ਕਤੀ ਨੂੰ ਖਤਮ ਕਰ ਦਿੱਤਾ ਹੈ, ਜਿਹੜੇ ਆਪਣੀ ਆਤਮਾ ਦੇ ਨਾਲ ਜੁੜ ਗਏ ਹਨ, ਉਹ ਮਹਾਪੁਰਖ ਹਨ। ਉਹਨਾਂ ਨੇ ਆਪਣੇ ਆਪ ਨੂੰ ਸੰਸਾਰ ਤੋਂ ਪਾਰ ਕਰ ਲਿਆ ਹੈ ਤੇ ਉਹ ਪਰਮਾਤਮਾ ਦੇ ਨਾਲ ਉਹ ਨਿਸ਼ਚਿਤ ਰੂਪ ਵਿੱਚ ਜੁੜ ਜਾਣਗੇ और परमात्मा की प्राप्ति कर लैणगे। मनुख जिवें भूमिका नूं प्राप्त हुंदा है उसका कर्म सुनो कि किस तरह इंसान उहदियां 7 भूमिका पिछे भगवान वाल्मीकि जी ने सानू दसियां हन। परमात्मा नूं प्राप्त करन दियां ज्ञान दियां भूमिका उन्हां दा कर्म दसदे हन। पहला जन्म तो पुरुष नूं कुछ समझ हुंदी है ते फिर वड्डा होकर संतां दी संगत करदा है कि ये जो कर्म है ये ज्ञान भूमिका होंदिया कि इंसान का जन्म हुंदा है तो उन्होंने जे कुछ थोड़ी बहुत समझ हुंदी है तो वो समझ अपने नाल रख के वो वड्डा हुंदा है तो फिर वो संतां दे नाल संगत हुंदी है। सदा समान रूप जो संसार का पड़ाव उसनूं तरन सच्चे शास्त्रां संतां की संगत बिना समर्थ नहीं हुंदा कि जो ये संसार असीं देखते हाँ इसका जो प्रवाह है जे असीं इसनूं तरना है तो जो सच्ची बाणी है उहदे नाल सानूं जुड़ना पवेगा तो संतां की संगत करनी पएगी। नहीं तो असी ये जो संसार है यदा संसार रूपी समुद्र इसनूं तर नहीं सकते। जब संतां की संगत सच्चे शास्त्रां का विचार करन लगता है तब उसनूं ग्रहण ते त्याग की बुद्धि उपजती है कि एक कर्तव्य है ते त्यागण योग है। जदों जीव संतां की संगत करता है सच्ची बाणी नूं पढ़ के सुन के उत्ते विचार करता है तो फिर उसनूं ये समझ आ जाता है कि ग्रहण की है तो त्याग की है। फिर उहदी जिहड़ी समझ है उहदी जिहड़ी बुद्धि है उन्हें समझ आ जाती है कि मैं असल विच मेरा जन्म लैके मैं की कर्तव्य करना है, की मैं ग्रहण करना है तो मैं किहड़ी चीज़ का त्याग करना है। इसका नाम शुभ इच्छा है और इसनों ही शुभ इच्छा अच्छी इच्छा कहते हैं। जब ये इच्छा हुई तब शास्त्र राही ये विचार उपजता है कि शुभ है तो ये अशुभ है। शुभ नूं ग्रहण करना तो अशुभ नूं त्यागना तो यथा शास्त्र विचारना इसका नाम विचार है। सो शुभ इच्छा इस बारे भगवान वाल्मीकि जी सानूं समझाउंदे हन कि जदों साडे विच शुभ अच्छी इच्छा आ जाती है तो फिर जदों असीं बाणी नूं पढ़दे हाँ सुनते हाँ साडे विच फिर विचार उपजता है, अमल उपजता है, जिस तो सानूं पता चलता है कि ये शुभ है तो यह अशुभ है, अच्छा नहीं है। फिर असी जो अच्छा हुंदा है शुभ हुंदा है उसनूं ग्रहण करते हाँ तो जो अशुभ जिहड़ा साडे लई अच्छा नहीं है उसका असी त्याग कर दिंदे हाँ। और यही असल दे विच इसनूं ही विचार कहते हैं कि किसी भी चीज़ नूं अमली तौर पर करना उन्हों कि जिस तरह असी शुभ दी असी कामना करनी उन्होंने ग्रहण करना और अशुभ जो है उसका त्याग करना। जब पूरा विचार दृढ़ होता है तब मिथ्या रूप संसार की वासना त्यागता है तो सच विच टिकता है। इसका नाम तनु मानसा है कि जदों इंसान दे विच मुकम्मल तौर पर विचार आ जाता है, अमली तौर पर सारे काम करता है वो, तो फिर ये जो एक मिथ्या रूपी यह जो संसार है ये जो एक मन ने तस्वीर साढ़े सामने खिंची है वो संसार का
ਵਾਸ਼ਨਾ ਜਿਹੜੀ ਹੈ ਉਸ ਦਾ ਇਨਸਾਨ ਤਿਆਗ ਕਰ ਦਿੰਦਾ ਹੈ ਤੇ ਫਿਰ ਉਹ ਸੱਚ ਦੇ ਵਿੱਚ ਟਿਕਦਾ ਹੈ। ਸੱਚ ਕੀ ਹੈ? ਉਹ ਪਰਮਾਤਮਾ ਹੈ, ਸਾਡੀ ਆਤਮਾ ਹੈ, ਔਰ ਇਸ ਨੂੰ ਤਨੋ ਮਾਨਸਾ ਕਹਿੰਦੇ ਹਨ। ਜਦ ਸੰਸਾਰ ਦੀ ਵਾਸ਼ਨਾ ਖਤਮ ਹੁੰਦੀ ਹੈ ਤੇ ਸੱਚ ਦਾ ਦ੍ਰਿੜ ਅਭਿਆਸ ਹੁੰਦਾ ਹੈ, ਤਦ ਉਸ ਵਿਰਾਗ ਤੇ ਅਭਿਆਸ ਨਾਲ ਪੂਰਨ ਗਿਆਨ ਉਪਜਦਾ ਹੈ ਤੇ ਆਤਮਾ ਦਾ ਮਿਲਾਪ ਹੁੰਦਾ ਹੈ। ਉਸ ਦਾ ਨਾਮ ਸਤਵਾ ਪਤੀ ਹੈ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਹੁਣ ਤੀਸਰੀ ਭੂਮਿਕਾ ਤੇ ਆ ਜਾਂਦੇ ਹਨ ਕਿ ਜਦੋਂ ਇਨਸਾਨ ਦੀ ਇਹ ਸੰਸਾਰ ਰੂਪੀ ਵਾਸਨਾ ਜਿਹੜੀ ਹੈ ਇਹ ਖਤਮ ਹੋ ਜਾਂਦੀ ਹੈ ਔਰ ਇਨਸਾਨ ਸੱਚ ਨੂੰ ਪ੍ਰਾਪਤ ਕਰਨ ਲਈ ਅਭਿਆਸ ਮਿਹਨਤ ਕਰਦਾ ਹੈ, ਤੇ ਫਿਰ ਉਹ ਵਿਰਾਗ ਤੇ ਅਭਿਆਸ ਨਾਲ ਉਹਦੇ ਵਿੱਚ ਪੂਰਨ ਗਿਆਨ ਉਪਜਦਾ ਹੈ। ਵਿਰਾਗ ਕੀ ਹੁੰਦਾ ਹੈ ਕਿ ਜਦੋਂ ਉਹ ਆਪਣੇ ਆਪ ਨੂੰ ਸਵਾਲ ਪੁੱਛਦਾ ਹੈ ਕਿ ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਕਿੱਥੋਂ ਜਾਣਾ ਹੈ, ਸੱਚ ਕੀ ਹੈ, ਔਰ ਫਿਰ ਇਹ ਪਤਾ ਕਰਨ ਲਈ ਉਹ ਮਿਹਨਤ ਕਰਦਾ ਹੈ, ਫਿਰ ਉਹਦੇ ਵਿੱਚ ਪੂਰਨ ਗਿਆਨ ਆ ਜਾਂਦਾ ਹੈ ਤੇ ਫਿਰ ਉਸ ਦਾ ਆਪਣੀ ਆਤਮਾ ਦੇ ਨਾਲ ਮਿਲਾਪ ਹੋਵੇਗਾ ਔਰ ਇਸ ਨੂੰ ਕਹਿੰਦੇ ਹਨ, ਇਸ ਦਾ ਨਾਮ ਸਤਵਾ ਪਤੀ ਹੈ। ਮਨ ਤੋਂ ਵਾਸ਼ਨਾ ਹੋ ਕੇ ਸਿੱਧੀ ਆਦਿਕ ਪਦਾਰਥ ਪ੍ਰਾਪਤ ਹੁੰਦੇ ਹਨ। ਇਹਨਾਂ ਦੀ ਪ੍ਰਾਪਤੀ ਵਿੱਚ ਵੀ ਸੰਸਕਤ ਨਹੀਂ ਹੁੰਦਾ, ਸਰੂਪ ਵਿੱਚ ਸਦਾ ਸੁਚੇਤ ਰਹਿੰਦਾ ਹੈ। ਮਨ ਦੀ ਵਾਸ਼ਨਾ ਜਿਹੜੀ ਹੈ, ਜਦੋਂ ਇਨਸਾਨ ਇਸ ਨੂੰ ਖਤਮ ਕਰ ਦਿੰਦਾ ਹੈ ਤੇ ਫਿਰ ਉਹ ਅੱਛੇ ਪਦਾਰਥ ਦੀ ਪ੍ਰਾਪਤੀ ਕਰਦਾ ਹੈ ਔਰ ਇਹਨਾਂ ਦੀ ਪ੍ਰਾਪਤੀ ਕਰਨ ਦੇ ਨਾਲ ਵੀ ਉਹ ਕਦੀ ਵੀ ਇਹਨਾਂ ਦੇ ਵਿੱਚ ਆਸ ਲਾ ਕੇ ਨਹੀਂ ਬੈਠਦਾ। ਔਰ ਜਦੋਂ ਆਪਣੇ ਸਰੂਪ ਦੀ ਪਹਿਚਾਨ ਕਰ ਲੈਂਦਾ ਹੈ, ਆਪਣੀ ਆਤਮਾ ਦੀ ਪਹਿਚਾਨ ਕਰ ਲੈਂਦਾ ਹੈ, ਤੇ ਫਿਰ ਸੰਸਾਰੀ ਜਿਹੜੇ ਪਦਾਰਥ ਹਨ ਉਹਨਾਂ ਦਾ ਤਿਆਗ ਕਰ ਦਿੰਦਾ ਹੈ। ਸਿੱਧੀ ਆਦਿਕ ਪਦਾਰਥ ਪ੍ਰਾਰਬਲ ਤੋਂ ਪ੍ਰਾਪਤ ਹੁੰਦੇ ਹਨ, ਉਹਨਾਂ ਨੂੰ ਸੁਪਨ ਰੂਪ ਸਮਝ ਕੇ ਕਰਮਾਂ ਦੇ ਫਲ ਵਿੱਚ ਕੈਦ ਨਹੀਂ ਹੁੰਦਾ। ਇਸ ਦਾ ਨਾਮ ਅੰਸ਼ ਸ਼ਕਤੀ ਹੈ ਕਿ ਇਹ ਜੋ ਸਾਨੂੰ ਸੰਸਾਰ ਦੇ ਵਿੱਚ ਪਦਾਰਥ ਮਿਲਦੇ ਹਨ, ਇਹ ਸਾਡੇ ਕਰਮਾਂ ਦਾ ਫਲ ਹੈ। ਔਰ ਜਿਸ ਤਰ੍ਹਾਂ ਸੁਪਨਾ ਝੂਠ ਹੁੰਦਾ ਹੈ, ਉਸੇ ਤਰ੍ਹਾਂ ਇਹ ਸੰਸਾਰ ਦੇ ਪਦਾਰਥ ਵੀ ਝੂਠੇ ਹਨ। ਇਨਸਾਨ ਕਰਮਾਂ ਦੇ ਫਲ ਵਿੱਚ ਉਦੋਂ ਕੈਦ ਨਹੀਂ ਹੁੰਦਾ ਜਦੋਂ ਉਹ ਪਰਮਾਤਮਾ ਦੇ ਨਾਲ ਜੁੜਦਾ ਹੈ, ਔਰ ਇਸ ਦਾ ਨਾਮ ਅੰਸ਼ ਸ਼ਕਤ ਹੈ ਕਿ ਇਸ ਸੰਸਾਰੀ ਪਦਾਰਥਾਂ ਦੇ ਵਿੱਚ ਆਪਣੀ ਆਸ ਖਤਮ ਕਰ ਦੇਣੀ। ਗੁਰੂ ਪਿਆਰੇ ਸਾਧ ਸੰਗਤ ਜੀ, ਬ੍ਰੇਕ ਵੱਲ ਆ ਰਹੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪਣੇ ਨਾਲ ਜੁੜਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। जय वाल्मीकि जय वाल्मीकि जय वाल्मीकि जय वाल्मीकि। जो बोले सो निरभै। भगवान वाल्मीकि महाराज की जय। धन धन सतगुरु वाल्मीकि प्यारे, जुड़ियां संगतां देव जी दिदारे। धन धन सतगुरु वाल्मीकि प्यारे, जुड़ियां संगतां देव जी दिदारे।
जो बोले 100 रुपए भगवान वाल्मीकि महाराज की जय। गुरु रूप साध संगत जी, ब्रेक तो बाद एक बार फिर असी कांशी टीवी के माध्यम राही आप दे नाल जुड़ते हाँ। भगवान वाल्मीकि जी सानू जो ज्ञान दियां भूमिका हैं उन्होंने बारे दस रहे हैं और पंजवीं जो भूमिका उसके बारे दसते हैं कि जो मन की तनता हो गई तो स्वरूप वाल चित्त का नतीजा होया तो दृढ़ नतीजे तो व्यवहार का भी भाव हो जाता है कि जो मन इंसान के काबू में आ जाता है और वह चित्त जिहड़ा है वो अपनी आत्मा के नाल जुड़ जाता है तो फिर वह जिहड़ा व्यवहार है वह भी अभाव हो जाता है, क्योंकि वही जिहड़ी बिरती है वो हमेशा हमेशा लिए उस परमात्मा दे विच लग जाती है। जो पल पल विच कर्म प्रारब्ध वेग नाल करता है सगों उसके चित्त विच फुरना भी नहीं फुरदा ते वो मन खत्म हो जाता है कि वो इंसान जिन्हें अपने मन को काबू विच कर लिया है, अपने मन की शक्ति चित्त को खत्म कर दिता है, उसकी बिरती जिहड़ी है वो हमेशा परमात्मा दे विच जुड़ जाती है, लग जाती है। तो जे वो चित्त दे विचों कोई फुरना भी उठता है तो वो उठ के खत्म हो जाता है, वो मन की कोई शक्ति नहीं रह जाती।
ਉਹ ਕਰਤਾ ਹੋਇਆ ਵੀ ਕੁਝ ਨਹੀਂ ਕਰਤਾ ਤੇ ਵੇਖਦਾ ਹੈ ਪਰ ਨਹੀਂ ਵੇਖਦਾ। ਅੱਧੀ ਨੀਂਦ ਵਾਂਗ ਹੁੰਦਾ ਹੈ, ਉਸ ਨੂੰ ਕਰਨ ਦੀ ਭਾਵਨਾ ਨਹੀਂ ਫੁਰਦੀ ਤੇ ਮਨ ਵੀ ਨਹੀਂ ਫੁਰਦਾ। ਇਸ ਦਾ ਨਾਮ ਪਦਾਰਥ ਭਾਵਨੀ ਯੋਗ ਭੂਮਿਕਾ ਹੈ ਕਿ ਉਹ ਇਨਸਾਨ ਫੇ ਕੁਝ ਕਰਦਾ ਹੋਇਆ ਵੀ ਕੁਝ ਨਹੀਂ ਕਰਦਾ, ਉਹਨੂੰ ਕਰਮਾਂ ਤੋਂ ਰਹਿਤ ਹੋ ਜਾਂਦਾ ਹੈ। ਦੇਖਦਿਆਂ ਹੋਇਆ ਵੀ ਉਹ ਕੁਝ ਦੇਖਦਾ ਨਹੀਂ ਹੈ ਕਿ ਜਿਸ ਤਰ੍ਹਾਂ ਇਨਸਾਨ ਅੱਧੀ ਨੀਂਦ ਦੇ ਵਿੱਚ ਸੁੱਤਾ ਪਿਆ ਹੁੰਦਾ ਹੈ ਤੇ ਉਹਨੂੰ ਕੁਝ ਕਰਨ ਦੀ ਭਾਵਨਾ ਨਹੀਂ ਫੁਰਦੀ, ਮਨ ਵੀ ਬਿਲਕੁਲ ਇਸੇ ਤਰ੍ਹਾਂ ਹੋ ਜਾਂਦਾ ਹੈ। ਇਸ ਦਾ ਨਾਮ ਪਦਾਰਥ ਭਾਵਨੀ ਯੋਗ ਭੂਮਿਕਾ ਹੈ। ਇਹ ਭੂਮਿਕਾ ਨੂੰ ਪਦਾਰਥ ਭਾਵਨੀ ਯੋਗ ਕਹਿੰਦੇ ਹਨ। ਇਸ ਵਿੱਚ ਚਿੱਤ ਲੀਨ ਹੋ ਜਾਂਦਾ ਹੈ ਔਰ ਇਸ ਭੂਮਿਕਾ ਵਿੱਚ ਇਹ ਜਿਹੜਾ ਚਿੱਤ ਹੈ ਇਹ ਲੀਨ ਹੋ ਜਾਂਦਾ, ਇਹਦੀ ਸ਼ਕਤੀ ਖਤਮ ਹੋ ਜਾਂਦੀ ਹੈ। ਇਸ ਅਵਸਥਾ ਵਿੱਚ ਜਦ ਸੁਭਾਵਕ ਚਿੱਤ ਦਾ ਕੁਝ ਸਮਾਂ ਇਸ ਅਭਿਆਸ ਵਿੱਚ ਬਤੀਤ ਹੁੰਦਾ ਹੈ ਤੇ ਅੰਦਰੋਂ ਸਾਰੇ ਪਦਾਰਥਾਂ ਦਾ ਦੂਰ ਹੋਣਾ ਦ੍ਰਿੜ ਹੋ ਜਾਂਦਾ ਹੈ। ਜਦ ਤੁਰਿਆ ਰੂਪ ਹੁੰਦਾ ਹੈ ਤੇ ਜੀਵਨ ਮੁਕਤ ਹੁੰਦਾ ਹੈ ਔਰ ਜਦੋਂ ਇਨਸਾਨ ਇਸ ਭੂਮਿਕਾ ਤੱਕ ਪਹੁੰਚ ਜਾਂਦਾ ਹੈ ਔਰ ਆਪਣੇ ਮਨ ਨੂੰ ਕਾਬੂ ਵਿੱਚ ਕਰ ਲੈਂਦਾ ਹੈ, ਆਪਣੇ ਚਿੱਤ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ ਤੇ ਫਿਰ ਉਹ ਅਭਿਆਸ ਕਰਦਾ ਹੈ, ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਂਦਾ ਹੈ। ਆਪਣੇ ਅੰਦਰੋਂ ਸਾਰੇ ਪਦਾਰਥਾਂ ਨੂੰ ਦੂਰ ਕਰ ਦਿੰਦਾ, ਕੋਈ ਪਦਾਰਥਾਂ ਦੀ ਚਾਹਨਾ ਨਹੀਂ ਰਹਿੰਦੀ ਤੇ ਫਿਰ ਉਹ ਤੁਰਿਆ ਰੂਪ ਹੁੰਦਾ ਹੈ, ਜਿਸ ਨੂੰ ਅਸੀਂ ਜੀਵਨ ਮੁਕਤ ਵੀ ਕਹਿ ਸਕਦੇ ਹਾਂ ਕਿ ਉਸ ਇਨਸਾਨ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਜੀਵਨ ਮੁਕਤ ਹੈ ਕਿ ਜਿੰਦੇ ਜੀ ਇਸਨੇ ਇਸ ਸੰਸਾਰ ਤੋਂ ਮੁਕਤੀ ਪਾ ਲਈ ਹੈ। ਤਦ ਉਹ ਇਸ ਨੂੰ ਪਾ ਕੇ ਖੁਸ਼ ਨਹੀਂ ਹੁੰਦਾ ਤੇ ਉਸ ਦੀ ਨਿਵਰਤੀ ਵਿੱਚ ਪਰੇਸ਼ਾਨ ਨਹੀਂ ਹੁੰਦਾ, ਸਿਰਫ ਸੰਦੇਹ ਰਹਿਤ ਹੋ ਕੇ ਉੱਤਮ ਪਦ ਨੂੰ ਪ੍ਰਾਪਤ ਹੁੰਦਾ ਹੈ। ਜਦੋਂ ਇਨਸਾਨ ਇਸ ਭੂਮਿਕਾ ਤੱਕ ਪਹੁੰਚ ਜਾਂਦਾ ਹੈ ਤੇ ਫਿਰ ਉਹਨੂੰ ਕੋਈ ਅੱਛੀ ਚੀਜ਼ ਵੀ ਮਿਲਦੀ ਹੈ ਤੇ ਖੁਸ਼ ਨਹੀਂ ਹੁੰਦਾ ਤੇ ਜੇ ਉਹ ਤੋਂ ਕੋਈ ਅੱਛੀ ਚੀਜ਼ ਦੂਰ ਵੀ ਹੋ ਜਾਂਦੀ ਹੈ ਤੇ ਉਹ ਕਦੀ ਵੀ ਪਰੇਸ਼ਾਨ ਨਹੀਂ ਹੁੰਦਾ। ਸਿਰਫ ਉਹਦੀ ਸੋਚ ਜਿਹੜੀ ਹੁੰਦੀ ਹੈ ਉਹ ਉੱਤਮ ਪਦ ਨੂੰ ਪ੍ਰਾਪਤ ਹੋ ਜਾਂਦੀ ਹੈ। ਉਸ ਨੂੰ ਕੋਈ ਅੱਛਾ ਮਿਲੇ ਜਾਂ ਨਾ ਮਿਲੇ ਉਹਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਤੁਸੀਂ ਵੀ ਜਾਣਨ ਯੋਗ ਹੋਏ ਹੋ, ਜੋ ਕੁਝ ਜਾਣਨ ਯੋਗ ਹੈ ਉਹ ਤੁਸੀਂ ਜਿਉਂਦਾ ਤਿਉਂ ਜਾਣਿਆ ਹੈ ਤੇ ਹੁਣ ਤੁਹਾਡੀ ਪਦਾਰਥਾਂ ਦੀ ਭਾਵਨਾ ਤੁਹਾਨੂੰ ਪ੍ਰਾਪਤ ਹੋਈ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਹੁਣ ਤੁਸੀਂ ਜੋ ਜਾਣਨਾ ਹੈ, ਇਹ ਜੋ ਭਗਵਾਨ ਵਾਲਮੀਕ ਜੀ ਨੇ ਸਾਨੂੰ ਗਿਆਨ ਭੂਮਿਕਾ ਦੇ ਬਾਰੇ ਦੱਸਿਆ ਹੈ, ਜਦੋਂ ਤੁਸੀਂ ਇਹਨਾਂ ਨੂੰ ਜਾਣ ਕੇ ਇਹ ਗਿਆਨ ਭੂਮਿਕਾ ਦੇ ਪ੍ਰਾਪਤ ਕਰ ਲੈਂਦੇ ਹੋ ਤੇ ਜੋ ਕੁਝ ਵੀ ਜਾਣਨ ਯੋਗ ਹੁੰਦਾ ਹੈ ਤੁਸੀਂ ਉਹਦੇ ਜਾਣਨ ਯੋਗ ਹੋ ਜਾਂਦੇ ਹੋ ਤੇ ਤੁਹਾਨੂੰ ਫਿਰ ਇਹ ਜੋ ਸੰਸਾਰੀ ਪਦਾਰਥ ਹਨ ਇਹਨਾਂ ਵਿੱਚ ਤੁਹਾਡੀ ਕੋਈ ਭਾਵਨਾ ਨਹੀਂ ਰਹਿੰਦੀ, ਤੁਹਾਨੂੰ ਸਿਰਫ ਆਪਣੀ ਆਤਮਾ ਦੇ ਨਾਲ ਲਗਾਵ ਹੋ ਜਾਂਦਾ ਹੈ ਔਰ ਤੁਹਾਨੂੰ ਪਰਮਾਤਮਾ ਦੇ ਨਾਮ ਦੇ ਵਿੱਚ ਫਿਰ ਆਨੰਦ ਪ੍ਰਾਪਤ ਹੁੰਦਾ ਹੈ। ਹੁਣ ਤੁਹਾਡੇ ਨਾਲ ਸਰੀਰ ਰਹੇ ਜਾਂ ਨਾ ਰਹੇ, ਤੁਸੀਂ ਖੁਸ਼ੀ ਗਮ ਤੋਂ ਰਹਿਤ ਅਰੋਗ ਆਤਮਾ ਹੋ ਕੇ ਪੁੱਤਰ ਆਤਮ ਤੱਤ ਵਿੱਚ ਟਿਕ ਕੇ ਹਰ ਜਗ੍ਹਾ ਸਦਾ ਮੌਜੂਦ ਰੂਪ ਜਨਮ ਮਰਨ ਜ਼ਰਾ ਸੁਖ ਦੁੱਖ ਤੋਂ ਰਹਿਤ ਆਤਮ ਦ੍ਰਿਸ਼ਟੀ ਨਾਲ ਅਬੋਧ ਰੂਪ ਸੋਗ ਤੋਂ ਰਹਿਤ ਹੋ ਕੇ ਅਦਵੈਤ ਰੂਪ ਆਪਣੇ ਆਪ ਵਿੱਚ ਟਿਕ ਜਾਂਦੇ ਹੋ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹੁਣ ਕਿ ਜਦੋਂ ਤੁਸੀਂ ਇਹ ਸਾਰੀਆਂ ਗਿਆਨ ਦੀਆਂ ਭੂਮਿਕਾ ਨੂੰ ਪਾਰ ਕਰ ਲੈਂਦੇ ਹੋ ਫਿਰ ਤੁਹਾਡਾ ਸਰੀਰ ਰਹੇ ਜਾਂ ਨਾ ਰਹੇ ਔਰ ਇਹ ਜੋ ਖੁਸ਼ੀ ਗਮ ਹੈ ਇਹ ਤੋਂ ਤੁਸੀਂ ਬਿਲਕੁਲ ਰਹਿਤ ਹੋ ਜਾਂਦੇ ਹੋ। ਤੁਸੀਂ ਬਿਲਕੁਲ ਅਰੋਗ ਆਤਮਾ ਹੋ ਕੇ ਤੁਸੀਂ ਪਵਿੱਤਰ ਤੱਤ ਵਿੱਚ ਟਿਕ ਜਾਂਦੇ ਹੋ, ਪਰਮਾਤਮਾ ਦੇ ਵਿੱਚ ਟਿਕ ਜਾਂਦੇ ਹੋ ਜੋ ਸਰਵ ਵਿਆਪਕ ਹੈ ਔਰ ਜਨਮ ਮਰਨ ਜ਼ਰਾ ਸੁਖ ਦੁੱਖ ਤੋਂ ਰਹਿਤ ਆਤਮ ਜਿਹੜੀ ਦ੍ਰਿਸ਼ਟੀ ਹੈ ਉਸ ਨਾਲ ਅਬੋਧ ਰੂਪ ਸੋਗ ਤੋਂ ਰਹਿਤ ਹੋ ਕੇ ਤੁਸੀਂ ਪਰਮਾਤਮਾ ਨੂੰ ਪਾ ਲੈਂਦੇ ਹਾਂ ਤੇ ਇਹ ਜਿਹੜੇ ਸੰਸਾਰੀ ਸੁਖ ਦੁੱਖ ਹਨ, ਬੁਢਾਪਾ ਹੈ, ਤੁਹਾਡੇ ਵਿੱਚ ਉਹ ਆਤਮ ਦ੍ਰਿਸ਼ਟੀ ਆ ਜਾਂਦੀ ਹੈ, ਉਹ ਤੁਹਾਡੇ ਵਿੱਚ ਸੋਚ ਆ ਜਾਂਦੀ, ਸਮਝ ਆ ਜਾਂਦੀ ਹੈ
ਜਿਹੜੀ ਜਿਸ ਦੇ ਨਾਲ ਤੁਸੀਂ ਸੰਸਾਰ ਤੋਂ ਆਪਣੇ ਆਪ ਨੂੰ ਬੇਮੁਖ ਕਰ ਲੈਂਦੇ ਹੋ ਤੇ ਤੁਸੀਂ ਪਰਮਾਤਮਾ ਦੇ ਵਿੱਚ ਟਿਕ ਜਾਂਦੇ ਹੋ। ਦੇਹ ਉਦੇ ਵੀ ਹੁੰਦਾ ਹੈ ਤੇ ਲੀਨ ਵੀ ਹੋ ਜਾਂਦਾ ਹੈ, ਪਰ ਦੇਸ਼ ਕਾਲ ਵਸਤੂ ਦੇ ਭੇਦ ਤੋਂ ਰਹਿਤ ਜੋ ਆਤਮਾ ਹੈ ਉਹ ਉਹਦੇ ਤੇ ਅਸਤ ਕਿਵੇਂ ਹੋਵੇ। ਜਿਹੜੀ ਦੇਹ ਹੈ, ਇਨਸਾਨ ਨੂੰ ਜਨਮ ਵੀ ਮਿਲਦਾ ਹੈ ਤੇ ਮੌਤ ਵੀ ਮਿਲਦੀ ਹੈ, ਪਰ ਜਿਹੜੇ ਇਨਸਾਨ ਜੀਵਨ ਮੁਕਤ ਹੋ ਜਾਂਦੇ ਹਨ ਉਹਨਾਂ ਦੇ ਨਾਲ ਕਦੀ ਵੀ ਇਹ ਚੀਜ਼ ਨਹੀਂ ਹੁੰਦੀ, ਨਾ ਉਹਨਾਂ ਦਾ ਜਨਮ ਹੁੰਦਾ ਹੈ ਨਾ ਉਹਨਾਂ ਦੀ ਮੌਤ ਹੁੰਦੀ ਹੈ। ਉਹ ਹਰ ਇੱਕ ਭੇਦ ਤੋਂ ਰਹਿਤ ਹੋ ਜਾਂਦੇ ਹਨ। ਉਹ ਆਪਣੇ ਸੱਚੇ ਸਰੂਪ ਦੀ ਪਹਿਚਾਨ ਕਰ ਲੈਂਦੇ ਹਨ ਤੇ ਸੱਚਾ ਸਰੂਪ ਜਿਹੜਾ ਹੈ ਪਰਮਾਤਮਾ ਦੀ ਤਰ੍ਹਾਂ ਪਹਿਲਾਂ ਵੀ ਸੀ, ਹੁਣ ਵੀ, ਅੱਗੇ ਹੀ ਸਾਡੀ ਆਤਮਾ ਨੇ ਰਹਿਣਾ ਹੈ ਤੇ ਉਹ ਸਰੀਰ ਦੀ ਤਰ੍ਹਾਂ ਨਹੀਂ ਹੈ। ਤੁਸੀਂ ਅਵਿਨਾਸ਼ੀ ਹੋ, ਆਪ ਨੂੰ ਨਾਸ਼ੂ ਸਮਝ ਕੇ ਸੋਗ ਕਿਉਂ ਕਰਦੇ ਹੋ? ਤੁਸੀਂ ਅੰਮ੍ਰਿਤ ਸਮਾਨ ਨਿਰਭਰ ਰੂਪ ਹੋ। ਭਗਵਾਨ ਵਾਲਮੀਕ ਜੀ ਸਾਰਿਆਂ ਨੂੰ ਸਮਝਾਉਂਦੇ ਹਨ ਕਿ ਤੁਸੀਂ ਅਵਿਨਾਸ਼ੀ ਰੂਪ। ਹੁਣ ਭਗਵਾਨ ਵਾਲਮੀਕ ਜੀ ਸਾਡੇ ਸਰੀਰ ਦੀ ਗੱਲ ਨਹੀਂ ਕਰ ਰਹੇ, ਸਾਡੀ ਆਤਮਾ ਦੀ ਗੱਲ ਕਰ ਰਹੇ ਹੋ ਕਿ ਸਾਡੀ ਆਤਮਾ ਜਿਹੜੀ ਹੈ ਉਹ ਅਵਿਨਾਸ਼ੀ, ਉਹਦਾ ਕਦੀ ਵਿਨਾਸ਼ ਨਹੀਂ ਹੁੰਦਾ। ਇਹ ਸਰੀਰ ਹੈ ਜਿਸ ਦਾ ਵਿਨਾਸ਼ ਹੋ ਜਾਣਾ ਹੈ ਤੇ ਫਿਰ ਤੁਹਾਨੂੰ ਸੋਗ ਕਰਨ ਦੀ ਕੀ ਲੋੜ ਹੈ? ਕਿਉਂ ਦੁਖੀ ਤੁਸੀਂ ਹੁੰਦੇ ਹੋ? ਜਿਸ ਤਰ੍ਹਾਂ ਅੰਮ੍ਰਿਤ ਨਿਰਮਲ ਰੂਪ ਹੈ, ਤੁਸੀਂ ਬਿਲਕੁਲ ਉਸੇ ਤਰ੍ਹਾਂ ਹੋ। ਜਿਵੇਂ ਕੱਢ ਦੇ ਫੁੱਟਣ ਨਾਲ ਆਕਾਸ਼ ਨਸ਼ਟ ਨਹੀਂ ਹੁੰਦਾ, ਤਿਵੇਂ ਹੀ ਸਰੀਰ ਦੇ ਨਾਸ ਹੋਣ ਨਾਲ ਤੁਸੀਂ ਨਸ਼ਟ ਨਹੀਂ ਹੁੰਦੇ। ਕਿ ਦੇਖੋ ਜਦੋਂ ਬੱਦਲ ਹੁੰਦੇ ਹਨ, ਜਦੋਂ ਫੁੱਟਦੇ ਹਨ ਤਾਂ ਉਹਦੇ ਨਾਲ ਇਹ ਆਕਾਸ਼ ਜਿਹੜਾ ਹੈ ਉਹ ਆਪਣੀ ਜਗ੍ਹਾ ਤੇ ਟਿਕਿਆ ਰਹਿੰਦਾ ਹੈ, ਉਹ ਕਦੀ ਵੀ ਨਸ਼ਟ ਨਹੀਂ ਹੁੰਦਾ। ਬਿਲਕੁਲ ਇਸੇ ਹੀ ਤਰ੍ਹਾਂ ਜੇ ਤੁਹਾਡਾ ਜਿਹੜਾ ਸਰੀਰ ਹੈ ਉਸ ਦਾ ਨਾਸ਼ ਹੋ ਜਾਵੇ ਤਾਂ ਤੁਸੀਂ ਕਦੀ ਨਸ਼ਟ ਨਹੀਂ ਹੁੰਦੇ, ਕਿਉਂਕਿ ਤੁਹਾਡਾ ਸੱਚਾ ਸਰੂਪ ਜੋ ਹੈ ਤੁਹਾਡੀ ਆਤਮਾ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਦੇ ਜਾਣ ਨਾਲ ਮਿਰਗ ਤ੍ਰਿਸ਼ਨਾ ਦੇ ਜਲ ਨਾਸ਼ ਹੋ ਜਾਂਦਾ ਹੈ, ਪਰ ਕਿਰਨਾਂ ਦਾ ਨਾਸ਼ ਨਹੀਂ ਹੁੰਦਾ। ਸੋ ਭਗਵਾਨ ਵਾਲਮੀਕ ਜੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜਿਹੜੀਆਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਹਨ ਜਦੋਂ ਰੇਤਾ ਤੇ ਪੈਂਦੀਆਂ ਹਨ ਤੇ ਉਹ ਜਿਹੜੀ ਚਮਕ ਉਹਨਾਂ ਦੀ ਰੇਤਾ ਦੇ ਉੱਤੇ ਪੈਂਦੀ ਹੈ ਉਹ ਪਾਣੀ ਵਾਂਗੂ ਲੱਗਦੀ ਹੈ। ਜੋ ਸੂਰਜ ਦੀਆਂ ਕਿਰਨਾਂ ਚਲੇ ਜਾਣ ਤੇ ਉਹ ਜਿਹੜੀ ਚਮਕ ਹੁੰਦੀ ਹੈ ਉਹਦਾ ਵੀ ਨਾਸ਼ ਹੋ ਜਾਂਦਾ ਹੈ, ਪਰ ਉਹ ਜਿਹੜੀਆਂ ਕਿਰਨਾਂ ਹੁੰਦੀਆਂ ਹਨ ਉਹਨਾਂ ਦਾ ਕਦੀ ਨਾਸ਼ ਨਹੀਂ ਹੁੰਦਾ, ਕਿਉਂਕਿ ਜਦੋਂ ਸੂਰਜ ਨਿਕਲੇਗਾ ਉਹ ਕਿਰਨਾਂ ਫਿਰ ਵੀ ਉੱਥੇ ਹੀ ਹੋਣਗੀਆਂ। ਜੋ ਕੁਝ ਜਗਤ ਦੇ ਪਦਾਰਥ ਦਿਸਦੇ ਹਨ ਸੋ ਅਸਤ ਰੂਪ ਹਨ ਤੇ ਉਹਨਾਂ ਦੀ ਵਾਸ਼ਨਾ ਭਰਮ ਕਰਕੇ ਹੁੰਦੀ ਹੈ, ਪਰ ਤੁਸੀਂ ਤਾਂ ਅਦਵੈਤ ਰੂਪ ਹੋ ਤੇ ਸਭ ਤੁਹਾਡੀ ਸ਼ਾਮ ਮਾਤਰ ਹੈ। ਕਿ ਜਿੰਨੇ ਵੀ ਇਹ ਸੰਸਾਰ ਦੇ ਪਦਾਰਥ ਅਸੀਂ ਦੇਖਦੇ ਹਾਂ ਇਹ ਸਭ ਅਸਤ ਰੂਪ ਆਵ ਕੇ ਇਹ ਝੂਠ ਰੂਪ ਹਨ। ਇਹਨਾਂ ਦੀ ਵਾਸ਼ਨਾ ਜਿਹੜੀ ਹੈ, ਕਿਉਂਕਿ ਅਸੀਂ ਭਰਮਾਂ ਦੇ ਵਿੱਚ ਪਏ ਹੋਏ ਹਾਂ, ਸਾਡਾ ਮਨ ਜਿਹੜਾ ਹੈ ਸਾਨੂੰ ਭਰਮਾਂ ਦੇ ਵਿੱਚ ਪਾਉਂਦਾ ਹੈ, ਤਾਂ ਇਹਨਾਂ ਦੀ ਵਾਸਨਾ ਸਾਡੇ ਵਿੱਚ ਉੱਠਦੀ ਹੈ। ਪਰ ਇਨਸਾਨ ਜੋ ਹੈ ਉਹ ਇੱਕ ਆਤਮਿਕ ਰੂਪ ਹੈ, ਸੰਸਾਰ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਜੋ ਸਰੀਰ ਹੈ ਇੱਕ ਛਾਂ ਦੀ ਤਰ੍ਹਾਂ ਹੈ। ਤੁਸੀਂ ਕਿਸ ਦੀ ਇੱਛਾ ਕਰਦੇ ਹੋ? ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜੋ ਪੰਜੇ ਵਿਸ਼ੇ ਰੂਪ ਦ੍ਰਿਸ਼ ਹਨ ਉਹ ਤੁਹਾਡਾ ਬਿਲਕੁਲ ਵੀ ਵੱਖ ਨਹੀਂ, ਸਭ ਤੁਹਾਡਾ ਸਰੂਪ। ਤੁਸੀਂ ਭਰਮ ਨਾ ਕਰੋ ਕਿ ਤੁਸੀਂ ਕਿਹੜੀ ਚੀਜ਼ ਦੀ ਇੱਛਾ ਕਰਦੇ ਹੋ। ਭਗਵਾਨ ਵਾਲਮੀਕ ਜੀ ਸਵਾਲ ਪੁੱਛਦੇ ਹਨ ਕਿ ਇਹ ਜਿਹੜੇ ਸਾਡਾ ਸਰੀਰ ਹੈ ਇਹ ਇੰਦਰੀਆਂ ਹਨ, ਇਹ ਸਾਰੇ ਵਿਸ਼ੇ ਰੂਪ ਹੈ ਜਿਹੜੇ ਸੰਸਾਰੀ ਹਨ, ਆਤਮਾ ਤੋਂ ਵੱਖ ਨਹੀਂ ਹੈ। ਇਹ ਤੁਹਾਡੀ ਆਪਣੀ ਆਤਮਾ ਦਾ ਹੀ ਇੱਕ ਚਮਤਕਾਰ ਹੈ। ਫਿਰ ਤੁਹਾਨੂੰ ਕੋਈ ਭਰਮ ਨਹੀਂ ਕਰਨਾ ਚਾਹੀਦਾ, ਤੁਸੀਂ ਆਪਣੀ ਆਤਮਾ ਦੇ ਨਾਲ ਟਿਕਣਾ ਹੈ, ਨਾ ਕਿ ਭਰਮਾਂ ਦੇ ਵਿੱਚ ਪਾ ਕੇ ਤੁਸੀਂ ਇਹ ਜੋ ਸਾਡੀ ਆਤਮਾ ਦੀ ਚਮਕ ਹੈ, ਇਹ ਸੰਸਾਰ ਹੈ, ਇਸ ਦੇ ਨਾਲ ਜੁੜਨਾ ਹੈ। ਆਤਮਾ ਸਰਵ ਸ਼ਕਤੀ ਹੈ, ਉਹੀ ਆਭਾਸ ਕਰਕੇ ਅਨੇਕ ਰੂਪ ਹੋ ਕੇ ਪ੍ਰਤੀਤ ਹੁੰਦਾ ਹੈ। ਸਾਡੀ ਜਿਹੜੀ ਆਤਮਾ ਹੈ ਪਰਮਾਤਮਾ ਦੀ ਤਰ੍ਹਾਂ ਹੈ, ਉਹ ਹੀ ਸਰਵ ਸ਼ਕਤੀ ਹੈ
ਔਰ ਇਹ ਜੋ ਸੰਸਾਰ ਹੈ ਇਹਦੇ ਵਿਸ਼ੇ ਹਨ, ਇਹ ਵੀ ਉਹ ਸਾਡੀ ਆਤਮਾ ਦਾ ਹੀ ਇੱਕ ਚਮਤਕਾਰ ਹੈ। ਪਰ ਅਸੀਂ ਚਮਕ ਦੇ ਨਾਲ ਨਹੀਂ ਜੁੜਨਾ, ਅਸੀਂ ਸਾਡੀ ਆਤਮਾ ਜੋ ਪ੍ਰਮਾਤਮਾ ਦੀ ਤਰ੍ਹਾਂ ਸੱਚ ਹੈ ਉਸ ਦੇ ਨਾਲ ਜੁੜਨਾ ਹੈ। ਜਿਵੇਂ ਆਕਾਸ਼ ਵਿੱਚ ਸੁਨਤਾ ਸ਼ਕਤੀ ਆਕਾਸ਼ ਤੋਂ ਵੱਖ ਨਹੀਂ, ਤਿਵੇਂ ਹੀ ਆਤਮਾ ਵਿੱਚ ਸਰਬ ਸ਼ਕਤੀ ਹੈ। ਕਿ ਜਿਸ ਤਰ੍ਹਾਂ ਦੇਖੋ ਆਕਾਸ਼ ਦੇ ਵਿੱਚ ਸੁਨਤਾ ਹੈ, ਖਾਲੀਪਨ ਹੈ, ਉਹ ਆਕਾਸ਼ ਤੋਂ ਵੱਖਰਾ ਨਹੀਂ ਹੈ। ਬਿਲਕੁਲ ਇਸੇ ਹੀ ਤਰ੍ਹਾਂ ਆਤਮਾ ਵਿੱਚ ਸਰਬ ਸ਼ਕਤੀ ਹੈ। ਜੋ ਜਗਤ ਦ્વੈਤ ਰੂਪ ਹੋ ਕੇ ਦਿਸਦਾ ਹੈ ਉਹੀ ਚਿੱਤ ਤੋਂ ਦ੍ਰਿੜ ਹੋਇਆ ਹੈ। ਉਹ ਤਰਤੀਬ ਨਾਲ ਤਿੰਨ ਤਰ੍ਹਾਂ ਦਾ, ਤਿੰਨ ਲੋਕ ਜਗਤ ਜੀਵ ਨੂੰ ਭਰਮ ਹੋਇਆ ਹੈ। ਇੱਕ ਸਤੋ ਗੁਣੀ, ਦੂਸਰਾ ਤੀਸਰਾ ਤਮੋ ਗੁਣੀ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਇਹ ਜੋ ਜਗਤ ਜੀਵ ਨੂੰ ਭਰਮ ਹੋਇਆ ਹੈ, ਇਹ ਜਿਹੜਾ ਸਾਨੂੰ ਸੰਸਾਰ ਦਾ ਭਰਮ ਸਾਡੇ ਵਿੱਚ ਆ ਗਿਆ ਹੈ, ਇਹ ਤਰਤੀਬ ਨਾਲ ਦੂਰ ਕੀਤਾ ਜਾ ਸਕਦਾ ਹੈ। ਇਹ ਸਾਡੇ ਚਿੱਤ ਹੈ ਜਿਹੜਾ ਇਹਦੇ ਵਿੱਚ ਇਹ ਦ્વੈਤ ਰੂਪ, ਇਹ ਸੰਸਾਰ ਜੋ ਹੈ ਇਹ ਦ੍ਰਿੜ ਹੋ ਗਿਆ ਹੈ। ਤੇ ਇਹ ਹੀ ਸਤੋ ਗੁਣੀ, ਦੂਸਰਾ ਰਜੋ ਗੁਣੀ ਤੇ ਤੀਸਰਾ ਸਤੋ ਗੁਣੀ ਬਣ ਜਾਂਦਾ ਹੈ। ਜਦ ਇਹਨਾਂ ਤਿੰਨਾਂ ਦਾ ਛੁਟਕਾਰਾ ਹੋਵੇ ਤਦ ਕਲਿਆਣ ਹੁੰਦਾ ਹੈ। ਔਰ ਅਸੀਂ ਇਹ ਜੋ ਸਾਡੇ ਚਿੱਤ ਨੇ, ਇਹ ਜੋ ਸਤੋ ਗੁਣੀ, ਰਜੋ ਗੁਣੀ ਤੇ ਤਮੋ ਗੁਣੀ ਸਰੀਰ ਸਾਡੇ ਸਾਹਮਣੇ ਇਹ ਸੰਸਾਰ ਨੂੰ ਦੀ ਤਸਵੀਰ ਖਿੱਚ ਦਿੱਤੀ ਹੈ। ਜਦੋਂ ਇਸ ਤੋਂ ਸਾਡੇ ਨੂੰ ਛੁਟਕਾਰਾ ਮਿਲੇਗਾ ਫਿਰ ਹੀ ਸਾਡਾ ਕਲਿਆਣ ਹੋ ਸਕਦਾ ਹੈ। ਸੰਸਾਰ ਦੇ ਨਾਲ ਜਿੰਨੀ ਚਿਰ ਅਸੀਂ ਜੁੜਦੇ ਹਾਂ ਉਨੀ ਦੇਰ ਤੱਕ ਅਸੀਂ ਇਸ ਤੋਂ ਬਚ ਨਹੀਂ ਸਕਦੇ। ਜੇ ਅਸੀਂ ਆਪਣੀ ਕਲਿਆਣ ਕਰਨੀ ਹੈ ਤੇ ਸੰਸਾਰ ਤੋਂ ਸਾਨੂੰ ਬਚਣਾ ਪਵੇਗਾ, ਆਪਣੇ ਚਿੱਤ ਤੋਂ ਬਚਣਾ ਪਵੇਗਾ। ਜਦ ਵਾਸ਼ਨਾ ਖਤਮ ਹੋਵੇ ਤਦ ਉਸ ਦੇ ਕਰਮ ਦੀ ਖਤਮ ਹੋ ਜਾਂਦੇ ਹਨ, ਉਸ ਤੋਂ ਵੀ ਭਰਮ ਦਾ ਨਾਸ਼ ਹੋ ਜਾਂਦਾ ਹੈ। ਕਿ ਇਹ ਜਿਹੜੀ ਸਾਡੇ ਅੰਦਰੋਂ ਵਾਸਨਾ ਉੱਠਦੀ ਹੈ ਸਾਡੇ ਚਿੱਤ ਦੇ ਵਿੱਚੋਂ, ਤੇ ਜਿੰਨੀ ਦੇਰ ਤੱਕ ਇਹ ਖਤਮ ਨਹੀਂ ਹੁੰਦੀ ਉਨੇ ਦੇਰ ਤੱਕ ਇਹ ਜਿਹੜੇ ਕਰਮ ਅਸੀਂ ਕਰਮ ਕਰਦੇ ਹਾਂ ਇਹਨਾਂ ਤੋਂ ਅਸੀਂ ਬਚ ਨਹੀਂ ਸਕਦੇ। ਅਸੀਂ ਜਦੋਂ ਇਹ ਵਾਸਨਾ ਨੂੰ ਦੂਰ ਕਰਾਂਗੇ ਤੇ ਸਾਡੇ ਭਰਮ ਦੂਰ ਹੋ ਜਾਵਾਂਗੇ ਤੇ ਅਸੀਂ ਕਰਮਾਂ ਤੋਂ ਬਚ ਜਾਵਾਂਗੇ। ਚਿੱਤ ਦੇ ਗਮਨ ਦਾ ਨਾਮ ਵਾਸਨਾ ਹੈ। ਕਰਮ ਸੰਸਾਰ ਮਾਇਆ ਮਾਤਰ ਹੈ, ਉਹਨਾਂ ਦੇ ਨਸ਼ਟ ਹੋਇਆ ਸਾਰੇ ਸ਼ਾਂਤ ਹੋ ਜਾਂਦੇ ਹਨ। ਕਿ ਇਹ ਜਿਹੜਾ ਚਿੱਤ ਜਿਹੜਾ ਹੈ ਇਹ ਹੀ ਵਾਸਨਾ ਦਾ ਅਸਲ ਦੇ ਵਿੱਚ ਇਹ ਸਾਡਾ ਚਿੱਤ ਹੈ ਜਿਹੜਾ ਇਹ ਗਮਨ ਕਰਦਾ ਹੈ ਤੇ ਸਾਡੇ ਵਿੱਚ ਵਾਸਨਾ ਉੱਠਦੀ ਹੈ। ਤੇ ਵਾਸਨਾ ਦਾ ਕਰਕੇ ਇਹ ਕਰਮ ਸੰਸਾਰ ਜੋ ਮਾਇਆ ਹੈ ਉਹ ਆ ਜਾਂਦੀ ਹੈ। ਤੇ ਜਦੋਂ ਅਸੀਂ ਆਪਣੇ ਮਨ ਨੂੰ ਜਿੱਤ ਲੈਂਦੇ ਹਾਂ, ਇਹ ਆਪਣੀ ਵਾਸਨਾ ਨੂੰ ਦੂਰ ਕਰ ਦਿੰਦੇ ਹਾਂ ਤੇ ਸਾਡੇ ਵਿੱਚ ਸ਼ਾਂਤੀ ਆ ਜਾਵੇਗੀ। ਤੇ ਇਹ ਜੋ ਅਸੀਂ ਮਨ ਦੀ ਸ਼ਕਤੀ ਦਾ ਕਰਕੇ ਅਸੀਂ ਸੰਸਾਰ ਦੇ ਨਾਲ ਬੱਝੇ ਹੋਏ ਹਾਂ, ਉਹ ਸ਼ਕਤੀ ਨੂੰ ਖਤਮ ਹੋਣ ਦੇ ਨਾਲ ਹੀ ਸਾਨੂੰ ਸ਼ਾਂਤੀ ਦੀ ਪ੍ਰਾਪਤੀ ਹੋਵੇਗੀ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਇਹ ਸੰਸਾਰ ਘੜੀ ਅੰਤਰ ਹੈ ਤੇ ਜੀਵ ਵਾਸਨਾ ਨਾਲ ਬੱਝੇ ਹੋਏ ਪਾਉਂਦੇ ਹਨ। ਕਿ ਦੇਖੋ ਘੜੀ ਅੰਤਰ ਜਿੱਦਾਂ ਰੱਸੀ ਦੇ ਉੱਤੇ ਇੱਕ ਚੱਕਰ ਹੁੰਦਾ ਹੈ, ਕਦੀ ਉੱਪਰ ਜਾਂਦਾ ਕਦੀ ਨੀਚੇ ਜਾਂਦਾ ਹੈ, ਇਹ ਸੰਸਾਰ ਵੀ ਬਿਲਕੁਲ ਉਸੇ ਤਰ੍ਹਾਂ ਹੈ। ਤੇ ਜਿੰਨੇ ਜੀਵ ਹਨ ਸਾਰੇ ਵਾਸਨਾ ਦੇ ਵਿੱਚ ਫਸੇ ਹੋਏ ਇਹ ਸੰਸਾਰ ਦੇ ਨਾਲ ਬੱਝੇ ਹੋਏ ਹਨ, ਕਦੀ ਉੱਪਰ ਜਾਂਦੇ ਹਨ ਕਦੀ ਨੀਚੇ ਆਉਂਦੇ, ਜਿਸ ਤਰ੍ਹਾਂ ਇੱਕ ਰੱਸੀ ਦੇ ਉੱਤੇ ਚੱਕਰ ਹੁੰਦਾ ਹੈ। ਤੁਸੀਂ ਆਤਮ ਵਿਚਾਰ ਰੂਪੀ ਸ਼ਸਤਰ ਨਾਲ ਯਤਨ ਕਰਕੇ ਇਸ ਨੂੰ ਕੱਟੋ। ਤੇ ਇਹਨੂੰ ਕੱਟਣ ਦਾ ਕੀ ਤਰੀਕਾ ਹੈ? ਆਤਮ ਵਿਚਾਰ, ਤੁਸੀਂ ਆਪਣੀ ਆਤਮਾ ਦਾ ਵਿਚਾਰ ਕਰਨਾ ਹੈ ਕਿ ਇਹ ਰੱਸੀ ਜਿਹੜੀ ਹੈ ਕਰਮ ਰੂਪੀ ਰੱਸੀ ਹੈ, ਇਸ ਨੂੰ ਕਿਸ ਤਰ੍ਹਾਂ ਕੱਟਣਾ ਹੈ। ਜਦੋਂ ਤੁਸੀਂ ਆਪਣੀ ਆਤਮਾ ਦੇ ਨਾਲ ਜੁੜ ਕੇ ਵਿਚਾਰ ਕਰੋਗੇ ਤੇ ਤੁਸੀਂ ਉਸ ਵਿਚਾਰ ਰੂਪੀ ਸ਼ਸਤਰ ਦੇ ਨਾਲ ਇਹ ਰੱਸੀ ਨੂੰ ਕੱਟਣਾ ਹੈ। ਜਦ ਤੱਕ ਵਿਦਿਆ ਨੂੰ ਜੀਵ ਨਹੀਂ ਜਾਣਦਾ ਤਦ ਤੱਕ ਇਹ ਵੱਡੇ ਮੋਹ ਤੇ ਭਰਮ ਵਿਖਾਉਂਦੀ ਹੈ, ਤੇ ਜਦ ਇਸ ਨੂੰ ਜਾਣਦਾ ਹੈ ਤਦ ਵੱਡੇ ਸੁੱਖ ਨੂੰ ਪ੍ਰਾਪਤ ਕਰਦਾ ਹੈ।
ਭਾਵ ਜਦ ਤੱਕ ਵਿਦਿਆ ਨੂੰ ਅਸਲ ਵਿੱਚ ਨਹੀਂ ਜਾਣਦਾ ਤਦ ਤੱਕ ਸੰਸਾਰ ਸੱਚ ਲੱਗਦਾ ਹੈ ਤੇ ਉਸ ਵਿੱਚ ਅਨੇਕ ਭਰਮ ਪਾਸਦੇ ਹਨ। ਤੇ ਜਦ ਇਸ ਦਾ ਸਰੂਪ ਜਾਣਿਆ ਕਿ ਵਸਤੂ ਨਹੀਂ ਪਰਮ ਰੂਪ ਹੈ ਤਾਂ ਸੰਸਾਰ ਬਿਰਤੀ ਤਿਆਗਦਾ ਹੈ ਤੇ ਸਰੂਪ ਨੂੰ ਪ੍ਰਾਪਤ ਹੁੰਦਾ ਹੈ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਿੰਨੀ ਦੇਰ ਤੱਕ ਤੁਹਾਡੇ ਵਿੱਚ ਅਵਿਦਿਆ ਹੈ, ਤੁਸੀਂ ਇਹ ਜਿਹੜੀ ਅਗਿਆਨਤਾ ਹੈ ਇਹਨੂੰ ਨਹੀਂ ਜਾਣਦੇ, ਉਨੀ ਦੇਰ ਤੱਕ ਇਹ ਜੋ ਗਿਆਨਤਾ ਹੈ, ਇਹ ਜੋ ਵਿਦਿਆ ਹੈ, ਤੁਸੀਂ ਵੱਡੇ ਮੋਹ ਤੁਹਾਨੂੰ ਦਿਖਾਊਗੀ ਇਹ ਤੇ ਭਰਮਾਂ ਦੇ ਵਿੱਚ ਪਾਉਂਦੀ ਹੈ। ਜਦੋਂ ਤੁਸੀਂ ਇਹਨੂੰ ਜਾਂਦੇ ਹਾਂ ਫਿਰ ਤੁਸੀਂ ਸੁਖ ਨੂੰ ਪ੍ਰਾਪਤ ਹੋਵੋਗੇ। ਜਿੰਨੀ ਦੇਰ ਤੱਕ ਇਹ ਅਵਿਦਿਆ ਜੋ ਗਿਆਨਤਾ ਹੈ ਇਸ ਨੂੰ ਅਸੀਂ ਜਾਣਦੇ ਨਹੀਂ, ਉਨੀ ਦੇਰ ਤੱਕ ਇਹ ਸੰਸਾਰ ਜਿਹੜਾ ਹੈ ਇਹ ਸੱਚ ਲੱਗਦਾ, ਇਹਦੇ ਸੁਖ ਵੀ ਅੱਛੇ ਲੱਗਦੇ ਹਨ। ਪਰ ਜਦੋਂ ਇਹ ਦੂਰ ਹੋ ਜਾਂਦੀ ਹੈ ਵਿਦਿਆ, ਅਗਿਆਨਤਾ ਸਾਡੇ ਵਿੱਚੋਂ ਨਿਕਲ ਜਾਂਦੀ ਹੈ, ਸਾਰੇ ਭਰਮ ਦੂਰ ਹੋ ਜਾਂਦੇ ਹਨ। ਔਰ ਜਦੋਂ ਅਸੀਂ ਆਪਣੇ ਸਰੂਪ, ਸਾਡੀ ਜਿਹੜੀ ਆਤਮਾ ਹੈ ਉਸ ਨੂੰ ਜਾਣ ਜਾਂਦੇ ਹਾਂ, ਫਿਰ ਇਹ ਜਿੰਨੀਆਂ ਵੀ ਵਸਤੂਆਂ ਹਨ, ਇਹ ਪਦਾਰਥ ਹਨ, ਇਹਨਾਂ ਦਾ ਅਸੀਂ ਤਿਆਗ ਕਰ ਦਿੰਦੇ ਹਨ ਕਿਉਂਕਿ ਇਹ ਸੰਸਾਰੀ ਹਨ। ਔਰ ਸੰਸਾਰੀ ਭੋਗ ਪਦਾਰਥਾਂ ਦਾ ਤਿਆਗ ਕਰਕੇ ਫਿਰ ਅਸੀਂ ਸਰੂਪ ਦੀ ਪ੍ਰਾਪਤੀ ਕਰ ਸਕਦੇ, ਆਪਣੀ ਆਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਅਸੀਂ ਆਪਣੇ ਆਪ ਨੂੰ ਇਸ ਸੰਸਾਰ ਤੋਂ ਬੇਮੁਖ ਕਰਨਾ ਹੈ, ਅਸੀਂ ਅਵਿਦਿਆ ਨੂੰ ਦੂਰ ਕਰਨਾ ਹੈ, ਅਗਿਆਨਤਾ ਨੂੰ ਦੂਰ ਕਰਨਾ ਹੈ। ਉਹਦੇ ਦੂਰ ਕਰਨ ਦੇ ਨਾਲ ਹੀ ਅਸੀਂ ਸੱਚ ਦੇ ਨਾਲ ਆਪਣੀ ਆਤਮਾ ਦੇ ਨਾਲ ਜੁੜ ਸਕਦੇ ਹਾਂ। ਇਹ ਸੰਸਾਰ ਭਰਮ ਤੋਂ ਪੈਦਾ ਹੋਇਆ ਹੈ ਤੇ ਉਸ ਨਾਲ ਭੋਗਦਾ ਤੇ ਲੀਲਾ ਕਰਦਾ ਹੈ, ਫਿਰ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ ਕਿ ਇਹ ਸੰਸਾਰ ਜਿਹੜਾ ਹੈ, ਕਿਉਂਕਿ ਅਸੀਂ ਭਰਮਾਂ ਦੇ ਵਿੱਚ ਪਏ ਹੋਏ, ਸਾਡੇ ਮਨ ਨੇ ਸਾਨੂੰ, ਸਾਡੇ ਚਿੱਤ ਨੇ ਭਰਮਾਂ 'ਚ ਪਾਇਆ ਹੋਇਆ ਹੈ, ਇਸ ਕਰਕੇ ਸੰਸਾਰ ਅਸੀਂ ਦੇਖਦੇ ਹਾਂ। ਔਰ ਇਸ ਨਾਲ ਜਿਹੜੇ ਭੋਗਦੇ ਹਾਂ ਅਸੀਂ, ਇਹ ਜੋ ਲੀਲਾ ਹੈ ਇਹਨੂੰ ਭੋਗਦੇ ਅਸੀਂ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਹਾਂ, ਖਤਮ ਹੋ ਜਾਂਦੇ ਹਾਂ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਪਰਮੇਸ਼ਵਰ ਤਤ ਬੇਅੰਤ ਰੂਪ, ਅਪਾਰ ਤੇ ਦੁੱਖਾਂ ਤੋਂ ਰਹਿਤ ਰੂਪ ਹੈ, ਸਾਰੇ ਭੂਤ ਤਤ ਉਸ ਤੋਂ ਉਪਜਦੇ ਹਨ। ਕਿ ਪਰਮੇਸ਼ਵਰ ਦੇ ਬਾਰੇ ਭਗਵਾਨ ਵਾਲਮੀਕ ਜੀ ਸਾਨੂੰ ਦੱਸਦੇ ਹਨ, ਇਹ ਇਹੋ ਜਿਹਾ ਤੱਤ ਹੈ ਜਿਹਦਾ ਕੋਈ ਅੰਤ ਨਹੀਂ ਹੈ, ਇਹ ਬੇਅੰਤ ਰੂਪ ਹੈ ਤੇ ਨਾ ਹੀ ਇਹਦੇ 'ਚ ਕੋਈ ਦੁੱਖ ਹੈ। ਸਾਰੇ ਜਿੰਨੇ ਵੀ ਭੂਤ ਤੱਤ ਹਨ ਉਹ ਸਾਰੇ ਇਸ ਪਰਮਾਤਮਾ ਤੋਂ ਹੀ ਉਪਜਦੇ ਹਨ। ਜਿਵੇਂ ਪਾਣੀ ਤੋਂ ਲਹਿਰ ਤੇ ਅੱਗ ਤੋਂ ਗਰਮੀ ਹੁੰਦੀ ਹੈ, ਤਿਵੇਂ ਹੀ ਬ੍ਰਹਮ ਤੋਂ ਜਗਤ ਹੁੰਦਾ ਹੈ, ਉਸੇ 'ਚ ਵਿਆਪਕ ਹੈ ਤੇ ਉਹੀ ਰੂਪ ਹੈ। ਕਿ ਜਿਸ ਤਰ੍ਹਾਂ ਦੇਖੋ ਪਾਣੀ ਹੁੰਦਾ ਹੈ, ਉਹਦੇ 'ਚੋਂ ਲਹਿਰ ਉੱਠਦੀ ਹੈ, ਉਹ ਲਹਿਰ ਵੀ ਪਾਣੀ ਦਾ ਹੀ ਰੂਪ ਹੁੰਦੀ ਹੈ। ਅੱਗ ਤੋਂ ਗਰਮੀ ਹੁੰਦੀ ਹੈ, ਉਹ ਗਰਮੀ ਅੱਗ ਦਾ ਹੀ ਰੂਪ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਸੰਸਾਰ ਹੈ ਇਹ ਵੀ ਉਸ ਪਰਮਾਤਮਾ ਦਾ ਹੀ ਇੱਕ ਰੂਪ ਹੈ, ਉਹਦੀ ਹੀ ਚਮਕ ਹੈ, ਇਹ ਉਹਦੇ ਵਿੱਚੋਂ ਹੀ ਉੱਠਦਾ ਹੈ ਇਹ ਸੰਸਾਰ ਤੇ ਉਹਦੇ ਵਿੱਚ ਹੀ ਇਸ ਨੇ ਲੀਨ ਹੋ ਜਾਣਾ ਹੈ। ਸਾਰਿਆਂ ਦਾ ਆਤਮਾ ਹੈ ਤੇ ਉਹੀ ਆਤਮ ਬ੍ਰਹਮ ਅਖਾਉਂਦਾ ਹੈ, ਉਸ ਤੇ ਜਾਣਨ ਨਾਲ ਜਗਤ ਨੂੰ ਜਾਣਦਾ ਹੈ, ਪਰ ਤਿੰਨ ਲੋਕਾਂ ਨੂੰ ਜਾਣਨ ਨਾਲ ਉਸ ਨੂੰ ਨਹੀਂ ਜਾਣਦਾ। ਕਿ ਸਾਰਿਆਂ ਦਾ ਆਤਮਾ ਜੋ ਹੈ ਉਹ ਹੀ ਪਰਮਾਤਮਾ ਹੈ, ਉਸ ਤੇ ਜਾਣਨ ਨਾਲ ਇਨਸਾਨ ਸੰਸਾਰ ਨੂੰ ਜਾਣ ਜਾਂਦਾ ਹੈ। ਪਰ ਜੇ ਇਨਸਾਨ ਇਹ ਕਹੇ ਕਿ ਮੈਂ ਸੰਸਾਰ ਨੂੰ, ਤਿੰਨਾਂ ਲੋਕਾਂ ਨੂੰ ਜਾਣ ਲਿਆ ਹੈ, ਤੇ ਪਰਮਾਤਮਾ ਨੂੰ ਨਹੀਂ ਜਾਣ ਸਕਦਾ। ਉਹ ਜੋ ਅਗਮ ਅਪਾਰ ਤੇ ਨਿਰਵਾਣ ਰੂਪ ਹੈ, ਉਸ ਦੇ ਜਾਣਨ ਵਾਸਤੇ ਸ਼ਾਸਤਰਕਾਰਾਂ ਨੇ ਬ੍ਰਹਮ, ਆਤਮਾ ਆਦਿਕ ਨਾਮ ਰਚੇ ਹਨ। ਅਸਲ ਵਿੱਚ ਕੋਈ ਨਾਮ ਸੰਗਿਆ ਨਹੀਂ ਹੈ ਕਿ ਉਸ ਪਰਮਾਤਮਾ ਨੂੰ ਜੇ ਜਾਣਨਾ ਹੋਵੇ ਤੇ ਜਿਨ੍ਹਾਂ ਨੇ ਬਾਣੀ ਲਿਖੀ ਹੈ, ਜਿਹੜੇ ਸ਼ਾਸਤਰਕਾਰ ਹਨ, ਉਹਨਾਂ ਨੇ ਵੱਖਰੇ ਵੱਖਰੇ ਨਾਮ, ਅਗਮ ਅਪਾਰ, ਨਿਰਵਾਣ ਰੂਪ, ਬ੍ਰਹਮ, ਆਤਮਾ, ਇਹ ਨਾਮ ਰਚੇ ਹਨ। ਅਸਲ ਵਿੱਚ ਕੋਈ ਨਾਮ ਨਹੀਂ ਹੈ। ਪਰਮਾਤਮਾ ਹਮੇਸ਼ਾ ਆਪਸ ਵਿੱਚ ਵਿਆਪਕ, ਉਹ ਇੱਕੋ ਹੀ ਸੱਚ ਹੈ। ਉਹ ਪੁਰਸ਼ ਮੋਹ ਈਰਖਾ ਤੋਂ ਰਹਿਤ ਹੈ ਤੇ ਇੰਦਰੀਆਂ ਤੇ ਇੰਦਰੀਆਂ ਦੇ ਵਿਸ਼ੇ ਵਿਕਾਰਾਂ ਦੇ ਸੰਯੋਗ ਵਿੱਚ ਦਵੈਕ ਨੂੰ ਨਹੀਂ ਪ੍ਰਾਪਤ ਹੁੰਦਾ। ਜਿਹੜੇ ਇਨਸਾਨ ਨੇ ਉਹ ਸੱਚੇ ਪਰਮੇਸ਼ਵਰ ਨੂੰ ਜਾਣ ਲਿਆ ਹੈ, ਆਪਣੀ ਆਤਮਾ ਨੂੰ ਜਾਣ ਲਿਆ ਹੈ, ਉਹਦੇ ਵਿੱਚ ਨਫ਼ਰਤ, ਪਿਆਰ, ਇਹੋ ਜਿਹੇ ਜਿਹੜੇ
ਵਿਕਾਰ ਹਨ ਉਹ ਕਦੇ ਨਹੀਂ ਹੁੰਦੇ, ਤੇ ਇੰਦਰੀਆਂ ਦੇ ਵਿਸ਼ੇ ਵੀ ਜਿਹੜੇ ਹਨ ਉਹਨਾਂ ਦਾ ਕਰਕੇ ਉਹਨੂੰ ਕਦੀ ਵੀ ਸੰਯੋਗ ਵਿਜੋਗ ਵਿੱਚ ਦੁੱਖ ਨਹੀਂ ਮਿਲਦਾ। ਉਹ ਤਾਂ ਇੱਕ ਚੇਤਨ ਸ਼ੁੱਧ ਸੰਵਿਤ ਅਨੁਭਵ ਰੂਪ ਅਵਿਨਾਸ਼ੀ ਤੇ ਆਕਾਸ਼ ਤੋਂ ਵੀ ਸਾਫ਼ ਨਿਰਮਲ ਹੈ। ਉਹ ਇਨਸਾਨ ਜਿਹੜਾ ਹੈ ਬਿਲਕੁਲ ਪਰਮਾਤਮਾ ਦੀ ਤਰ੍ਹਾਂ ਹੋ ਜਾਂਦਾ ਹੈ, ਜਿਸ ਨੇ ਆਪਣੇ ਮਨ ਨੂੰ ਜਿੱਤ ਕੇ ਪਰਮਾਤਮਾ ਨੂੰ ਪਾ ਲਿਆ ਹੈ। ਜਿਸ ਤਰ੍ਹਾਂ ਪਰਮਾਤਮਾ ਸ਼ੁੱਧ ਹੈ, ਅਨੁਭਵ ਰੂਪ ਅਵਿਨਾਸ਼ੀ ਹੈ, ਉਸੇ ਤਰ੍ਹਾਂ ਉਹ ਇਨਸਾਨ ਵੀ ਹੋ ਜਾਂਦਾ ਹੈ। ਉਸ ਵਿੱਚ ਜਗਤ ਇਉਂ ਟਿਕਿਆ ਹੈ ਜਿਵੇਂ ਦਰਪਣ ਵਿੱਚ ਪ੍ਰਤੀਬਿੰਬ ਅੰਦਰ ਬਾਹਰ ਰੂਪ ਹੋ ਕੇ ਟਿਕਿਆ ਹੈ। ਉਸ ਵਿੱਚ ਦ્વੈਤ ਰੂਪ ਕੁਝ ਨਹੀਂ ਹੈ। ਪਰਮਾਤਮਾ ਜੋ ਹੈ ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਪਰਛਾਈ ਹੁੰਦੀ ਹੈ, ਉਸੇ ਤਰ੍ਹਾਂ ਇਹ ਸੰਸਾਰ ਜੋ ਹੈ ਪਰਮਾਤਮਾ ਦੇ ਵਿੱਚ ਟਿਕਿਆ ਹੋਇਆ ਹੈ। ਉਹ ਇੱਕ ਪ੍ਰਤੀਬਿੰਬ ਹੈ, ਪਰ ਪਰਮਾਤਮਾ ਦੇ ਵਿੱਚ ਕੋਈ ਸੰਸਾਰੀ ਗੱਲ ਨਹੀਂ ਹੈ। ਪਰਮਾਤਮਾ ਹਮੇਸ਼ਾ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਪ੍ਰਸੰਗ ਦੀ ਸਮਾਪਤੀ ਵੱਲ ਅਸੀਂ ਆ ਰਹੇ ਹਾਂ। ਅਗਲੇ ਹਫਤੇ ਫਿਰ ਅਸੀਂ ਇੱਥੋਂ ਹੀ ਇਸ ਕਥਾ ਨੂੰ ਸ਼ੁਰੂ ਕਰਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। जय वाल्मीकि जय वाल्मीकि जय वाल्मीकि जय वाल्मीकि।